ਅੱਜ ਦੀ ਘਟਨਾ ਤੁਹਾਨੂੰ ਬਿਲਕੁਲ ਹਿਲਾ ਕੇ ਰੱਖ ਦੇਵੇਗੀ। ਇਹ ਗੱਲ ਉਸ ਮੁਸਲਮਾਨ ਦੀ ਹੈ ਜੋ ਆਪਣੀ ਵਿਛੜੀ ਹੋਈ ਪਤਨੀ ਜਾਂ ਫਿਰ ਕਹਿ ਸਕਦੇ ਹੋ ਕਿ ਖੋ ਕੇ ਰੱਖੀ ਗਈ ਪਤਨੀ ਨੂੰ ਛਡਵਾਉਣ ਵਾਸਤੇ ਇੱਕ ਸਿੱਖ ਬਣ ਕੇ ਪਾਕਿਸਤਾਨ ਤੋਂ ਭਾਰਤ ਆ ਗਿਆ ਤੇ ਫਿਰ ਜੋ ਹੋਇਆ ਉਹ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਸੀ। ਸਲਮਾ ਬੇਗਮ ਜੋ ਕਿ ਇਸ ਸਮੇਂ 80 ਸਾਲਾਂ ਦੇ ਕਰੀਬ ਉਮਰ ਦੇ ਹਨ, ਉਹਨਾਂ ਦੱਸਿਆ ਕਿ ਉਹ ਪੰਜਾਬ ਮੋਰਾਂਵਾਲੀ ਦੇ ਕੋਲ ਇੱਕ ਪਿੰਡ 'ਚੋਂ ਉੱਠ ਕੇ ਪਾਕਿਸਤਾਨ ਗੁਜਰਾਂਵਾਲਾ 335 ਚੱਕ ਆ ਕੇ ਵਸੇ ਸਨ। ਉਹਨਾਂ ਆਪਣੀ ਜ਼ਿੰਦਗੀ ਦੀ ਇੱਕ ਐਸੀ ਘਟਨਾ ਦੱਸੀ ਜੋ ਸ਼ਾਇਦ ਤੁਸੀਂ ਕਦੀ ਸੁਣੀ ਨਹੀਂ ਹੋਵੇਗੀ ਤੇ ਨਾ ਹੀ ਇਹ ਗੱਲ ਦੁਬਾਰਾ ਦੁਹਰਾਈ ਜਾ ਸਕਦੀ ਹੈ। ਜਦੋਂ ਉਹਨਾਂ ਇਹ ਗੱਲ ਦੱਸੀ ਤਾਂ ਕੋਈ ਵੀ ਯਕੀਨ ਨਹੀਂ ਕਰ ਸਕਿਆ, ਪਰ ਇਸ ਦਾ ਸਬੂਤ ਅੱਜ ਵੀ ਜਿਉਂਦਾ ਜਾਗਦਾ ਹੈ। ਸਲਮਾ ਬੇਗਮ ਦੱਸਦੇ ਹਨ ਕਿ ਉਹ ਉਮਰ ਦੇ ਵਿੱਚ ਹਾਲੇ ਛੋਟੀ ਹੀ ਸੀ, ਪਰ ਉਹਨਾਂ ਨੂੰ ਹੋਸ਼ ਸੀ ਤੇ ਮੋਰਾਂਵਾਲੀ ਉਹਨਾਂ ਦਾ ਪਿੰਡ ਹੁੰਦਾ ਸੀ। ਉਹਨਾਂ ਦੇ ਪਿੰਡ ਕੁਝ ਮੁਸਲਮਾਨਾਂ ਦੇ ਘਰ ਸੀ ਤੇ ਬਾਕੀ ਪਿੰਡ ਜੱਟਾਂ ਜ਼ਿਮੀਂਦਾਰਾਂ ਸਿੱਖਾਂ ਦਾ ਸੀ। ਪਿੰਡ ਦੇ ਵਿੱਚੋਂ ਵਿੱਚ ਉਹਨਾਂ ਮੁਸਲਮਾਨਾਂ ਦੇ ਘਰ ਹੁੰਦੇ ਸੀ ਤੇ ਨਮਾਜ਼ ਅਦਾ ਕਰਨ ਵਾਸਤੇ ਉਹ ਦੂਸਰੇ ਪਿੰਡ ਜਾਇਆ ਕਰਦੇ ਸੀ। ਮੁਸਲਮਾਨ ਪਰਿਵਾਰ ਜ਼ਿਮੀਂਦਾਰਾਂ ਦੀਆਂ ਜ਼ਮੀਨਾਂ ਵਾਹੁਣ ਦਾ ਕੰਮ ਕਰਦੇ ਸੀ। ਸਲਮਾ ਬੇਗਮ ਅਨੁਸਾਰ ਉਹ ਬੜੇ ਹੀ ਭਾਈਚਾਰੇ ਨਾਲ ਰਹਿੰਦੇ ਸੀ, ਪਰ ਜਦੋਂ 1947 ਦੀ ਵੰਡ ਦਾ ਸਮਾਂ ਆਇਆ ਤਾਂ ਉਹ ਬਹੁਤ ਹੀ ਭਾਰੀ ਸਮਾਂ ਸੀ। ਦੁੱਖ ਦੋਹਾਂ ਧਿਰਾਂ ਨੂੰ ਇੱਕੋ ਜਿਹਾ ਹੋਇਆ ਸੀ। ਇੱਕਦਮ ਹੋਈ ਵੰਡ ਨੇ ਰਿਸ਼ਤਿਆਂ ਦੇ ਵਿੱਚ ਜ਼ਹਿਰ ਘੁਲ ਕੇ ਰੱਖ ਦਿੱਤਾ। ਸਲਮਾ ਬੇਗਮ ਦੱਸਦੀ ਹੈ ਕਿ ਸਾਡੇ ਨਾਲ ਦੇ ਪਿੰਡ ਤਾਂ ਬਹੁਤ ਸਾਰੇ ਮੁਸਲਮਾਨ ਵੱਢੇ ਗਏ ਸੀ ਤੇ ਉਹਨਾਂ ਦੀਆਂ ਔਰਤਾਂ ਨੂੰ ਵੀ ਚੁੱਕ ਕੇ ਲੈ ਗਏ ਸੀ ਤੇ ਇਸੇ ਤਰ੍ਹਾਂ ਪਾਕਿਸਤਾਨ ਦੇ ਵਿੱਚ ਹਿੰਦੂ ਸਿੱਖਾਂ ਦੇ ਪਰਿਵਾਰਾਂ ਦੇ ਨਾਲ ਹੋ ਰਿਹਾ ਸੀ। ਸਲਮਾ ਬੇਗਮ ਦੱਸਦੀ ਹੈ ਕਿ ਉਹਨਾਂ ਦੇ ਜ਼ਿਮੀਂਦਾਰ ਚੰਗੇ ਸਨ। ਉਹਨਾਂ ਨੇ ਪਹਿਲਾਂ ਹੀ ਸਾਨੂੰ ਸੂਹ ਦੇ ਦਿੱਤੀ ਸੀ ਕਿ ਵੰਡ ਹੋਣ ਵਾਲੀ ਹੈ, ਤੁਹਾਨੂੰ ਇੱਥੋਂ ਜਾਣਾ ਹੀ ਪੈਣਾ ਹੈ। ਉਹਨਾਂ ਸਾਡਾ ਸਾਰਾ ਸਮਾਨ ਗੱਡਿਆਂ ਉੱਪਰ ਲੱਦ ਕੇ ਸਾਨੂੰ ਬਾਰਡਰ ਤੱਕ ਖੁਦ ਛੱਡ ਕੇ ਆਏ। ਉਹ ਉਹਨਾਂ ਦੇ ਹੀ ਪਿੰਡ ਦੇ ਸਿੱਖ ਸਨ ਜੋ ਉਹਨਾਂ ਨੂੰ ਹਿਫਾਜ਼ਤ ਦੇ ਨਾਲ ਅਟਾਰੀ ਬਾਰਡਰ ਤੱਕ ਛੱਡ ਕੇ ਗਏ ਸੀ ਤੇ ਉੱਥੋਂ ਉਹ ਫੌਜ ਦੇ ਟਰੱਕਾਂ ਦੇ ਵਿੱਚ ਬੈਠ ਕੇ ਪਾਕਿਸਤਾਨ ਪੁੱਜੇ ਸੀ। ਰਸਤੇ ਵਿੱਚ ਉਹਨਾਂ ਸਿੱਖਾਂ ਨੇ ਕਾਫੀ ਜਗ੍ਹਾ ਤੋਂ ਬਚਾ ਕੇ ਉਹਨਾਂ ਨੂੰ ਪਾਕਿਸਤਾਨ ਤੱਕ ਪਹੁੰਚਾਇਆ ਸੀ। ਸਲਮਾ ਬੇਗਮ ਨੇ ਦੱਸਿਆ ਕਿ ਉਸ ਸਮੇਂ ਕਾਫੀ ਖੂਨ ਖਰਾਬਾ ਤੇ ਇੱਜ਼ਤਾਂ ਰੁਲੀਆਂ। ਉਹਨਾਂ ਦੇ ਚਾਚਾ ਚਾਚੀ ਦੂਸਰੇ ਪਿੰਡ ਦੇ ਵਿੱਚ ਰਹਿੰਦੇ ਸੀ। ਉੱਥੇ ਸਿੱਖਾਂ ਨੇ ਕਾਫੀ ਖੂਨ ਖਰਾਬਾ ਮੁਸਲਮਾਨਾਂ ਦੇ ਨਾਲ ਕੀਤਾ ਤੇ ਉਹਨਾਂ ਦੀ ਚਾਚੀ ਨੂੰ ਵੀ ਆਪਣੇ ਨਾਲ ਹੀ ਲੈ ਗਏ ਤੇ ਮਜਬੂਰੀ ਦੇ ਵਿੱਚ ਸਲਮਾ ਬੇਗਮ ਦੇ ਚਾਚੇ ਨੂੰ ਪਾਕਿਸਤਾਨ ਆਉਣਾ ਪੈ ਗਿਆ। ਸਲਮਾ ਬੇਗਮ ਦੇ ਅਨੁਸਾਰ ਉਹਨਾਂ ਦੀ ਚਾਚੀ ਬਹੁਤ ਸੋਹਣੀ ਸੀ ਤੇ ਉਹਨਾਂ ਦਾ ਵਿਆਹ ਹੋਏ ਨੂੰ ਹਾਲੇ ਥੋੜਾ ਹੀ ਸਮਾਂ ਹੋਇਆ ਸੀ। ਹੁਣ ਪਾਕਿਸਤਾਨ ਤਾਂ ਪਹੁੰਚ ਗਏ, ਪਰ ਉਹਨਾਂ ਦਾ ਚਾਚਾ ਮਾਨਸਿਕ ਤੌਰ ਤੇ ਪਰੇਸ਼ਾਨ ਰਹਿਣ ਲੱਗਿਆ। ਇੱਥੇ ਤੱਕ ਕੋਈ ਵੀ ਇਹ ਮਨਜ਼ੂਰ ਨਹੀਂ ਕਰ ਸਕਦਾ ਸੀ। ਉਸ ਦੇ ਚਾਚੇ ਨੂੰ ਇਹ ਰਹਿੰਦਾ ਸੀ ਕਿ ਉਹ ਆਪਣੀ ਪਤਨੀ ਨੂੰ ਵਾਪਸ ਲੈ ਕੇ ਆਵੇਗਾ ਤੇ 1 ਸਾਲ ਇੰਤਜ਼ਾਰ ਕਰਨ ਤੋਂ ਬਾਅਦ ਉਸਨੇ ਇੰਜ ਹੀ ਕੀਤਾ। ਉਸਨੇ ਕਿਸੇ ਤਰ੍ਹਾਂ ਕਰਕੇ ਬਾਰਡਰ ਪਾਰ ਕੀਤਾ ਤੇ ਪੰਜਾਬ ਉਹਨਾਂ ਪਿੰਡਾਂ ਤੱਕ ਪਹੁੰਚਿਆ। ਉੱਥੇ ਜਾ ਕੇ ਸਿੱਖਾਂ ਦਾ ਰੂਪ ਧਾਰਿਆ ਤੇ ਪਿੰਡ-ਪਿੰਡ ਜਾ ਕੇ ਘੁੰਮਣ ਲੱਗਿਆ। ਸੂਹਾਂ ਕੱਢਦਾ ਰਿਹਾ ਤੇ ਹੌਲੀ-ਹੌਲੀ ਕਰਕੇ ਪੂਰੇ 1 ਮਹੀਨੇ ਬਾਅਦ ਉਸ ਨੂੰ ਆਪਣੀ ਪਤਨੀ ਦਾ ਥਾਂ ਟਿਕਾਣਾ ਮਿਲਿਆ, ਜਿੱਥੇ ਉਹ ਸਿੱਖਾਂ ਦੇ ਘਰ ਰਹਿੰਦੀ ਸੀ ਵਿਆਹ ਕਰਵਾ ਕੇ। ਹੌਲੀ-ਹੌਲੀ ਕਰ ਉਸ ਦਾ ਚਾਚਾ ਉਸ ਘਰ ਦੇ ਵਿੱਚ ਪਹੁੰਚਿਆ ਜਿੱਥੇ ਉਸ ਦੀ ਪਤਨੀ ਸੀ ਤੇ ਉੱਥੇ ਜਾ ਕੇ ਆਪਣੀ ਪਤਨੀ ਨੂੰ ਮਿਲਿਆ ਤੇ ਕਹਿਣ ਲੱਗਿਆ ਕਿ ਮੈਂ ਤੇਰੇ ਕਰਕੇ ਇੱਥੇ ਤੱਕ ਪਹੁੰਚਿਆ ਹਾਂ, ਤੂੰ ਮੇਰੇ ਨਾਲ ਪਾਕਿਸਤਾਨ ਚੱਲ। ਪਰ ਨਾ ਚਾਹੁੰਦੇ ਹੋਏ ਵੀ ਉਸ ਦਾ ਚਾਚਾ ਉੱਥੇ ਫੜਿਆ ਗਿਆ। ਸਾਰੀ ਗੱਲ ਸਾਹਮਣੇ ਆਈ ਤੇ ਪੰਚਾਇਤ ਦੇ ਸਾਹਮਣੇ ਇਹ ਦੱਸਿਆ ਗਿਆ ਕਿ ਉਹ ਆਪਣੀ ਪਤਨੀ ਦੇ ਖਾਤਰ ਹੀ 1 ਸਾਲ ਇੰਜ ਘੁੰਮਦਾ ਰਿਹਾ ਤੇ ਇੱਥੇ ਉਸ ਨੂੰ ਸਿਰਫ ਲੈਣ ਵਾਸਤੇ ਆਇਆ ਹੈ। ਜਦੋਂ ਉਸ ਦੀ ਪਤਨੀ ਨੂੰ ਪੁੱਛਿਆ ਗਿਆ ਕਿ ਤੂੰ ਇਸ ਦੇ ਨਾਲ ਜਾਣ ਲਈ ਤਿਆਰ ਹੈ ਤਾਂ ਉਸ ਦੀ ਪਤਨੀ ਵੀ ਜਾਣ ਦੇ ਲਈ ਮੰਨ ਗਈ, ਪਰ ਉਸ ਵੇਲੇ ਤੱਕ ਉਹਨਾਂ ਦੇ ਘਰ ਇੱਕ ਬੱਚਾ ਹੋ ਚੁੱਕਿਆ ਸੀ। ਸ਼ਰਤ ਇਹ ਸੀ ਕਿ ਜੇਕਰ ਉਸ ਦਾ ਚਾਚਾ ਉਸ ਦੀ ਚਾਚੀ ਨੂੰ ਪਾਕਿਸਤਾਨ ਲੈ ਕੇ ਜਾਣਾ ਚਾਹੁੰਦਾ ਸੀ ਤੇ ਬੱਚਾ ਵੀ ਨਾਲ ਹੀ ਲੈ ਕੇ ਜਾਣਾ ਪਵੇਗਾ ਤੇ ਉਸ ਨੂੰ ਪਾਲਣਾ ਵੀ ਹੋਵੇਗਾ। ਸਲਮਾ ਬੇਗਮ ਦੇ ਚਾਚੇ ਨੇ ਝੱਟ ਹੀ ਇਹ ਗੱਲ ਮੰਨ ਲਈ ਤੇ ਉਸ ਦੀ ਪਤਨੀ ਤੇ ਬੱਚੇ ਨੂੰ ਉਸ ਦੇ ਨਾਲ ਹੀ ਭੇਜ ਦਿੱਤਾ। ਅੱਜ ਵੀ ਉਸ ਦਾ ਚਾਚਾ ਤੇ ਉਸ ਦੇ ਬੱਚੇ ਗੁਜਰਾਂਵਾਲਾ ਵਿੱਚ ਜਿਉਂਦੇ ਹਨ ਤੇ ਇਹ ਇੰਟਰਵਿਊ ਪਾਕਿਸਤਾਨ ਦੇ ਇੱਕ ਟੀਵੀ ਚੈਨਲ ਦੇ ਵੱਲੋਂ ਪ੍ਰਸਾਰਿਤ ਕੀਤੀ ਗਈ ਸੀ, ਜਿਸ ਦੇ ਵਿੱਚ ਸਲਮਾ ਬੇਗਮ ਨੇ ਇਹ ਸਾਰੀ ਸੱਚਾਈ ਦੁਨੀਆ ਦੇ ਸਾਹਮਣੇ ਰੱਖੀ ਸੀ।